ਸਤਿ ਸ਼੍ਰੀ ਅਕਾਲ ਜੀ। ਲੋਕਰਾਣ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਪਰਮਿੰਦਰ ਸਿੰਘ। ਅੱਜ ਸਿੱਧੇ ਸਵਾਲ ਦੇ ਵਿੱਚ ਸਾਡੇ ਨਾਲ ਮੌਜੂਦ ਰਹਿਣਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਜੀ। ਜਿਵੇਂ ਪੰਜਾਬ ਦੇ ਹਾਲਾਤ ਦੇਖੋ, ਰਾਜਨੀਤਿਕ ਜੋ ਹੁੰਦੇ ਜਾ ਰਹੇ ਨੇ, ਜਿਵੇਂ ਕਾਂਗਰਸ ਦਾ ਕਲੇਸ਼ ਵੱਧਦਾ ਜਾ ਰਿਹਾ ਦਿਨ ਪ੍ਰਤੀ ਦਿਨ, ਤੇ ਕਮੇਟੀ ਦੇ ਅੱਗੇ ਹਾਜ਼ਰ ਹੋਣ ਨੂੰ, ਪੇਸ਼ ਹੋਣ ਲਈ ਸਾਰਿਆਂ ਨੂੰ ਸੱਦਿਆ ਜਾ ਰਿਹਾ ਹੈ। ਪੇਸ਼ੀ ਵੀ ਹੋ ਰਹੀ ਹੈ। ਨਾਲ ਨਾਲ ਆਪਾਂ ਗੱਲ ਕਰਾਂਗੇ, ਜਿਹੜੇ 6 ਸਾਲ ਪੂਰੇ ਹੋ ਗਏ ਹੈ ਬੇਅਦਬੀ ਕਾਂਡ ਦੇ ਮਾਮਲੇ ਦੇ ਵਿੱਚ, ਕੋਈ ਸੁਣਵਾਈ ਨਹੀਂ ਹੋਈ, ਕਿਸੇ ਤਰ੍ਹਾਂ ਦਾ ਕੋਈ ਇਨਸਾਫ ਨਹੀਂ ਮਿਲਿਆ, ਲੋਕ ਇਨਸਾਫ ਨੂੰ ਉਡੀਕ ਰਹੇ ਹੈ। ਸੋ ਸਾਰਾ ਕੁਛ ਜਿਹੜਾ ਰਾਜਨੀਤਿਕ, ਇੱਕ ਕਹਿ ਸਕਦਾ ਕਿ ਮਾਹੌਲ ਇਹਨਾਂ ਦੋਵਾਂ ਚੀਜ਼ਾਂ ਕਰਕੇ ਗਰਮਾਇਆ ਗਿਆ। ਵਿਰੋਧੀ ਧਿਰਾਂ ਵੀ ਇਹਨਾਂ ਦੋਵਾਂ ਮੁੱਦਿਆਂ ਦੇ ਉੱਤੇ ਆਪਣੀ ਸਿਆਸਤ ਚਮਕਾ ਰਹੀਆਂ ਨੇ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੋਫੈਸਰ ਸਾਹਿਬ, ਸਵਾਗਤ ਹੈ ਤੁਹਾਡਾ ਲੋਕਰਾਣ ਚੈਨਲ ਤੇ। ਬਹੁਤ ਬਹੁਤ ਧੰਨਵਾਦ ਜੀ ਪਰਮਿੰਦਰ ਜੀ। ਜੀ ਪ੍ਰੋਫੈਸਰ ਸਾਹਿਬ, ਜਿਵੇਂ ਅੱਜ ਨਵਜੋਤ ਸਿੰਘ ਸਿੱਧੂ ਔਰ ਪ੍ਰਗਟ ਸਿੰਘ ਦੀ ਜਿਹੜੀ ਅੱਜ ਪੇਸ਼ੀ ਹੋਈ ਹੈ ਕਮੇਟੀ ਦੇ ਸਾਹਮਣੇ, ਔਰ ਨਵਜੋਤ ਸਿੰਘ ਸਿੱਧੂ ਜਿਹੜਾ ਹੈ ਉਹ ਬਾਹਰ ਬੇਬਾਕੀ ਨਾਲ ਉਸਨੇ ਆਪਣੀ ਗੱਲ ਵੀ ਕਹਿਤੀ ਹੈ ਕਿ ਮੇਰਾ ਤਾਂ ਸਟੈਂਡ ਹੈਗਾ ਉਹੀ, ਤੇ ਉਹੀ ਰਹੇਗਾ ਅੱਗੇ ਵੀ। ਅੱਜ ਵੀ ਉਹੀ ਸੀਗਾ, ਮੈਂ ਆਪਣੀ ਗੱਲ ਜਿਹੜੀ ਬੇਬਾਕੀ ਨਾਲ ਕਹਿ ਕੇ ਆਇਆ। ਔਰ ਮੇਰੇ ਖਿਆਲ ਉਹਦੀ ਬਾਡੀ ਲੈਂਗੁਏਜ ਇਹ ਦੱਸ ਵੀ ਰਹੀ ਸੀ ਕਿ ਉਹਨੂੰ ਬੜੀ ਅੰਦਰ ਸੁਹਿਰਦਤਾ ਨਾਲ, ਗੰਭੀਰਤਾ ਨਾਲ ਸੁਣਿਆ ਗਿਆ, ਔਰ ਮੇਰੇ ਖਿਆਲ ਕੋਈ ਨਾ ਕੋਈ ਭਰੋਸਾ ਵੀ ਦਿੱਤਾ ਗਿਆ। ਇਸੇ ਤਰ੍ਹਾਂ ਪ੍ਰਗਟ ਸਿੰਘ ਦਾ ਵੀ ਇਹੀ ਕਹਿਣਾ ਸੀਗਾ ਕਿ ਉਹਦਾ ਨਿਸ਼ਾਨਾ ਕੈਪਟਨ ਤੇ ਹੀ ਰਿਹਾ ਸੀਗਾ ਕਿ ਜਿਵੇਂ ਸਰਕਾਰ ਕੈਪਟਨ ਦੀ ਹੈ ਤਾਂ ਕਿਸੇ ਹੋਰ ਦਾ ਨਾਂ ਲੈ ਕੇ ਤਾਂ ਕੋਈ ਕਹੇਗਾ ਨਹੀਂ, ਪੰਜਾਬ ਦੇ ਵਿੱਚ ਕਿਸੇ ਹੋਰ ਦੀ ਸਰਕਾਰ ਹੈ, ਤੇ ਇਸੇ ਤਰ੍ਹਾਂ ਜ਼ਿੰਮੇਵਾਰੀ ਵੀ ਉਹਨਾਂ ਦੀ ਬਣਦੀ ਹੈ। ਤੁਹਾਡਾ ਕੀ ਕਹਿਣਾ ਇਸ ਪੇਸ਼ੀ ਨੂੰ? ਮੈਨੂੰ ਤੇ ਇਹ ਨਾ ਪਰਮਿੰਦਰ ਜੀ ਬੜਾ ਅਜੀਬ ਜਿਹਾ ਲੱਗਦਾ ਵੀ ਕਿਸੇ ਪਾਰਟੀ ਦਾ ਅੰਦਰੂਨੀ ਮਾਮਲਾ ਮੀਡੀਆ ਉਹਨੂੰ ਇਸ ਤਰ੍ਹਾਂ ਫਰੰਟ ਪੇਜ ਤੇ ਲੈ ਰਿਹਾ ਕਿ ਜਿਵੇਂ ਪਤਾ ਨਹੀਂ ਅਸਮਾਨ ਥੱਲੇ ਡਿੱਗ ਪੈਣਾ। ਪੰਜਾਬ ਦਾ ਵੀ ਅੰਦਰੂਨੀ ਮਾਮਲਾ, ਜੇ ਪੰਜਾਬੀਆਂ ਦੀ ਕੋਈ ਬਹੁਤ ਵੱਡੀ ਸੇਵਾ ਲਈ, ਇੱਥੋਂ ਦੇ ਵਿਕਾਸ ਲਈ, ਇੱਥੇ ਇੱਕ ਨਵੇਂ ਰੋਲ ਮਾਡਲ ਲਈ ਬਣ ਰਿਹਾ ਹੋਵੇ, ਜਾਂ ਉਹਦੇ ਤੇ ਲੜਾਈ ਝਗੜਾ ਹੋ ਰਿਹਾ ਹੋਵੇ, ਤਾਂ ਵੀ ਸਮਝ ਪੈਂਦੀ। ਅਸੀਂ ਵੀ ਕੁੱਦ ਕੇ ਵਿੱਚ ਸ਼ਾਮਲ ਹੋ ਜਾਈਏ ਵੀ ਤਗੜਾ ਹੋ ਨਵਜੋਤ ਸਿੱਧੂ, ਤੁਸੀਂ ਹੋਰ ਵੀ ਸਾਰੇ ਨਾਲ ਰਲ ਜਾਓਗੇ, ਲਾ ਅਸੀਂ ਕਰਾਂਗੇ। ਸਾਡੀ ਆਦਤ ਆ ਵੀ ਜਿਹੜਾ ਵੀ ਬੰਦਾ ਠੀਕ ਲੱਗੇ ਕਿ ਪੰਜਾਬ ਦਾ ਹੇਤੂ ਆ। ਕਿਸੇ ਵੇਲੇ ਸਾਨੂੰ ਲੱਗਾ ਕਿ ਆਮ ਆਦਮੀ ਪਾਰਟੀ 2014 ਚ ਹੈਗੀ ਆ, ਅਸੀਂ ਉਹਦੀ ਲਾਲਾ ਕਰਾਈ। ਅਸੀਂ ਸਾਲ ਮੈਂ ਇੱਕ ਪੂਰਾ ਇੱਥੋਂ ਯੂਨੀਵਰਸਿਟੀ ਤੋਂ ਵਿਦਆਊਟ ਪੇ ਛੁੱਟੀਆਂ ਲੈ ਕੇ ਸ਼ਾਮਲ ਹੋਏ। ਅਸੀਂ ਐਨ ਦਿਨ ਰਾਤ ਉਹਦੇ ਚ ਪੂਰਾ ਜ਼ੋਰ ਲਾਇਆ ਵੀ ਹਾਂ ਪੰਜਾਬ ਲਈ ਕੋਈ ਨਵਾਂ ਹੋਣ ਵਾਲਾ। ਸਾਨੂੰ ਛੇਤੀ ਪਤਾ ਲੱਗ ਗਿਆ 8-9 ਮਹੀਨਿਆਂ ਚ ਕਿ ਨਾ, ਇਹ ਮਾਮਲਾ ਗੜਬੜ ਹੈ, ਤੇ ਅਸੀਂ ਬਾਹਰ ਹੋ ਗਏ। ਇਹਦੋਂ ਪਹਿਲਾਂ ਵੀ ਅਸੀਂ ਕੀਤਾ। ਤੇ ਜਾਣੀ ਕਹਿਣ ਦਾ ਮੇਰਾ ਮਤਲਬ ਇਹ ਹੈ, ਭਾਵੇਂ ਅਸੀਂ ਮੀਡੀਆ ਰਾਹੀਂ ਹੋਈਏ, ਭਾਵੇਂ ਅਸੀਂ ਕਿਸੇ ਵੀ ਤਰੀਕੇ ਦੇ ਨਾਲ, ਜੇ ਕੋਈ ਵੀ ਭਾਵੇਂ ਕਿਸੇ ਵੀ ਕਿਸਮ ਦਾ ਵੀਕ ਤੋਂ ਵੀਕ ਵੀ ਆਵਾਜ਼ ਹੋਵੇ, ਉਹ ਪੰਜਾਬ ਦੇ ਲਈ ਦਿਲੋਂ ਕੁਛ ਨਾ ਕੁਛ ਕਰਨਾ ਚਾਹੁੰਦਾ ਹੋਵੇ, ਦਿਲੋਂ ਉਹਨਾਂ ਦੇ ਅੰਦਰ ਤੜਪ ਹੋਵੇ, ਤਾਂ ਅਸੀਂ ਉਹਦੇ ਵਿੱਚ ਬਿਲਕੁਲ ਸਾਂਝ ਪਿਆਲੀ ਪਾ ਕੇ ਅਸੀਂ ਚਾਹੁੰਦੇ ਹਾਂ ਕਿ ਉਸ ਗੱਲ ਨੂੰ ਹੋਰ ਪ੍ਰਬਲ ਕੀਤਾ ਜਾਏ, ਉਸ ਆਵਾਜ਼ ਨੂੰ ਹੋਰ ਸ਼ਕਤੀਸ਼ਾਲੀ ਕੀਤਾ ਜਾਏ, ਤਾਂ ਕਿ ਪੰਜਾਬ ਦੇ ਲੋਕ ਜਿਹੜੇ ਲਗਾਤਾਰ ਕਿਸੇ ਵਿਕਲਪ ਲਈ, ਕਿਸੇ ਸੁਹਿਰਦ ਪਾਰਟੀ ਲਈ, ਚਿਹਰੇ ਲਈ ਇੰਤਜ਼ਾਰ ਕਰ ਰਿਹਾ, ਉਹ ਉਹਨਾਂ ਨੂੰ ਮਿਲ ਜਾਏ। ਤੁਸੀਂ ਦੇਖੋ ਕਿ ਜਦੋਂ ਕਿਸਾਨ ਪਾਰਟੀਆਂ ਤੋਂ ਪਰਾਂ ਹੋ ਕੇ ਇੱਕ ਵਾਰੀ ਲੜਨਾ ਉਹਨਾਂ ਨੇ ਸ਼ੁਰੂ ਕੀਤਾ, ਆਪਣੇ ਆਪਸੀ ਮਤਭੇਦ ਪਰਾਂ ਕਰਕੇ, ਜ਼ਮੀਨ ਦਾ ਮਾਮਲਾ, ਪਿੰਡ ਬਚਾਉਣ ਦਾ ਮਾਮਲਾ, ਉਹਨਾਂ ਨੂੰ ਸਮਝ ਪੈ ਗਈ। ਹਮਲਾ ਜਿਹੜਾ ਵੱਡੇ ਜਿਹੜੇ ਵਰਲਡ ਬੈਂਕ ਦੇ ਮਾਡਲ ਆ, WTO ਦੇ ਮਾਡਲ ਹੈਗੇ ਆ, ਉਸ ਦਾ ਸਾਰਾ ਜਦੋਂ ਇਹਨਾਂ ਨੂੰ ਸਮਝ ਪਈ ਵੀ ਇੱਥੇ ਲਾਗੂ ਹੋਣ ਜਾ ਰਿਹਾ, ਤੇ ਓਡੀ ਹੀ ਵੱਡੀ ਪੱਧਰ ਤੇ ਤਿਆਰੀ ਕੀਤੀ, ਤੇ ਲੋਕ ਨਾਲ ਆ। ਉਹ ਕਿਸਾਨ ਅੰਦੋਲਨ ਅੱਜ ਲੋਕ ਅੰਦੋਲਨ ਬਣਿਆ ਹੈ। ਇਸੇ ਤਰੀਕੇ ਨਾਲ ਜੇ ਪੋਲਿਟਿਕਸ ਵਿੱਚ ਵੀ ਹੋ ਜਾਏ ਪਰਮਿੰਦਰ ਜੀ, ਕਿ ਕੁਝ ਬੰਦੇ ਚੰਗੇ ਮਿਲ ਕੇ ਆਉਣ, ਆਪਣੇ ਨਿੱਜੀ ਮਫਾਦ ਭੁੱਲ ਜਾਣ, ਉਹ ਬਾਹਰ ਆ ਕੇ ਕਹਿਣ, ਖੜੇ ਹੋ ਜਾਣ, ਆ ਅਸੀਂ 10 ਬੰਦੇ ਆ, ਜਾਂ ਆ ਅਸੀਂ 11 ਜਾਂ 15 ਜਾਂ 20, ਸਾਰੇ ਪੰਜਾਬ ਚੋਂ 2.25 ਕਰੋੜ ਦੀ ਆਬਾਦੀ ਚੋਂ ਕੀ 15-20 ਬੰਦੇ ਨਹੀਂ ਮਿਲ ਸਕਦੇ ਜਿਹੜੇ ਦਿਆਨਤਦਾਰ ਹੋਣ, ਜਿਹੜੇ ਸਿਆਣੇ ਹੋਣ, ਜਿਹੜੇ ਵਿਕਣ ਨਾ, ਜਿਹੜੇ ਇਹ ਕਹਿਣਗੇ ਅਸੀਂ ਸਾਡੀ ਜਾਨ ਜਾਂਦੀ ਚਲੇ ਜਾਏ, ਪਰ ਅਸੀਂ ਪੰਜਾਬ ਦੇ ਲਈ ਪਰਨਾਏ ਹੋਏ ਆ, ਅਸੀਂ ਪੰਜਾਬ ਦੇ ਸੇਵਕ ਆ, ਅਸੀਂ ਨਿੱਜੀ ਰੱਬ ਨੇ ਸਾਨੂੰ ਬਹੁਤ ਕੁਝ ਦਿੱਤਾ, ਅਸੀਂ ਬਹੁਤ ਕੁਝ ਪਾ ਲਿਆ। ਅਸੀਂ ਤੇ ਇਸ ਧਰਤੀ ਦੇ ਉੱਤੇ ਜੋ ਸਮਾਜ ਨੇ ਸਾਨੂੰ ਦੇ ਦਿੱਤਾ, ਜੋ ਸਾਨੂੰ ਦੇਸ਼ ਨੇ, ਪੰਜਾਬ ਨੇ ਦੇ ਦਿੱਤਾ, ਅਸੀਂ ਉਹ ਵਾਪਸ ਕਰਨਾ, ਇਹ ਗੱਲ ਕਹਿ ਦੇਣ। ਤੇ ਕਿਹੜਾ ਇਹ ਬੰਦਾ ਆ ਜਿਹੜਾ ਇੰਨੇ ਬੇਵਕੂਫ? ਤੇ ਕੋਈ ਨਹੀਂ। ਸਾਡੇ ਤੇ ਬੰਦੇ ਬੜੇ ਜਜ਼ਬਾਤੀ ਆ, ਕੁਰਬਾਨੀ ਵਾਲੇ ਆ, ਉਹ ਫੱਟ ਦੇਣੀ ਆਉਣਗੇ ਕਿ ਹਾਂ ਭਾਈ ਇਸ ਗੱਡੀ ਤੇ ਚੜੋ, ਭਾਵੇਂ ਗੱਡਾ ਹੋਏ ਜਾਂ ਗੱਡੀ ਹੋਵੇ, ਕਹਿਣਗੇ ਇਹਦੇ ਤੇ ਖੜਾ ਹੋ ਜਾਓ, ਇੱਥੋਂ ਆਵਾਜ਼ ਲਾਓ, ਤਾਂ ਹੀ ਪੰਜਾਬ ਦਾ ਭਲਾ ਹੋਊ। ਮੈਂ ਤਾਂ ਇਹ ਇੰਨੀ ਲੰਮੀ ਚੌੜੀ ਭੂਮਿਕਾ ਬਣਾ ਕੇ ਗੱਲ ਕਰ ਰਿਹਾ ਕਿ ਕਈ ਦਿਨਾਂ ਦਾ ਮਾਮਲਾ ਚੱਲ ਰਿਹਾ।
ਹੁਣ ਜੀ ਨਵਜੋਤ ਸਿੱਧੂ ਨੇ ਟਵੀਟ ਕਰਤਾ, ਹੁਣ ਨਵਜੋਤ ਸਿੱਧੂ ਨੇ ਭੰਗੀਆਂ ਵਾਲੀ ਤੋਪ ਦਾ ਗੋਲਾ ਦਾਗ ਦਿੱਤਾ। ਹੁਣ ਜੀ ਉਹ ਕਿਉਂ ਬੋਲਦਾ ਕਿਉਂ ਨਹੀਂ ਜੀ ਕੈਪਟਨ ਅੱਗਿਓਂ, ਉਹਨੇ ਕਿਉਂ ਨਹੀਂ ਫਾਇਰ ਖੋਲਿਆ? ਲਓ ਜੀ ਹੁਣ ਕੈਪਟਨ ਨੇ ਵੀ ਅੱਗਿਓਂ ਤਕੜਾ ਜਵਾਬ ਦੇਤਾ। ਇਹ ਮੀਡੀਆ 'ਚ ਚੱਲੀ ਤੁਰਿਆ ਜਾਂਦਾ, ਚੱਲੀ ਤੁਰਿਆ ਜਾਂਦਾ। ਕਿਹੜੀ ਗੱਲ ਦੀ ਲੜਾਈ ਆ, ਮੈਨੂੰ ਤੇ ਅਜੇ ਸਮਝ ਨਹੀਂ ਪੈਂਦੀ। ਲੜਾਈ ਤੇ ਇਸੇ ਗੱਲ ਦੀ ਹੈ ਨਾ ਕਿ ਇੱਕ ਧੜਾ ਸੱਤਾ 'ਚ ਕਮਜ਼ੋਰ ਆ, ਦੂਜਾ ਧੜਾ ਕਾਬਜ ਆ। ਉਹ ਕਹਿੰਦਾ ਮੈਨੂੰ ਵੀ ਹਿੱਸਾ ਦਿਓ, ਮੈਨੂੰ ਲਾਗੇ ਲੱਗਣ ਦਿਓ, ਮੈਂ ਵੀ ਤੁਹਾਡੇ ਬਰਾਬਰ ਦਾ ਝੋਟ ਆ। ਤੁਸੀਂ ਕਬਜ਼ਾ ਕਿਉਂ ਸੱਪ ਵਾਂਗੂ ਕੁੰਡਲੀ ਮਾਰ ਗਿਆ ਕੈਪਟਨ? ਤੁਸੀਂ ਬਥੇਰਾ ਰਾਜ ਕਰ ਲਿਆ, ਮਹਾਰਾਜੇ ਆ, ਰਾਜੇ ਆ, ਬਥੇਰਾ ਰਾਜ ਸਾਰੀ ਉਮਰ ਤੁਹਾਡੇ ਦਾਦਿਆਂ ਪੜਦਾਦਿਆਂ ਨੇ ਕਰ ਲਿਆ, ਹੁਣ ਬਸ ਵੀ ਕਰੋ। ਇਹ ਲੋਕਤੰਤਰ ਆ। ਤੇ ਸਿੱਧੂ ਸਾਹਿਬ ਜਾਂ ਹੋਰ ਉਹਨਾਂ ਦੇ ਸਾਥੀ ਸਾਰੇ ਇਹ ਕਹਿ ਰਹੇ ਆ ਕਿ ਸਾਨੂੰ ਵੀ ਜਗ੍ਹਾ ਦਿਓ, ਸਾਡਾ ਵੀ ਹਿੱਸਾ ਬਣਦਾ। ਇਸ ਲਈ ਮੈਂ ਇਸ ਲੜਾਈ ਨੂੰ ਉਨਾ ਮਹੱਤਵ ਇਸ ਕਰਕੇ ਨਹੀਂ ਦਿੰਦਾ ਕਿ ਜੇ ਵਾਕਿਆ ਹੀ ਇਹ ਸਿੱਧੂ ਸਾਹਿਬ ਜਾਂ ਉਹਨਾਂ ਦੇ ਸਾਥੀ ਸਾਰੇ ਇੱਕ ਵਿਕਲਪਿਕ ਪ੍ਰੋਗਰਾਮ ਲੈ ਕੇ ਆਉਣ, ਉਹ ਕਹਿਣ ਕਿ ਕਾਂਗਰਸ ਜਿਹੜੀ ਹੈ ਉਸਨੇ ਪੱਠਾ ਬਿਠਾ ਲਿਆ ਦੇਸ਼ ਦਾ, ਉਸਨੇ ਜਿਹੜੀਆਂ ਆਧਾਰਵਾਦੀ ਤੇ ਜਿਹੜੀਆਂ ਨਵ ਆਧਾਰਵਾਦੀ ਨੀਤੀਆਂ ਲਿਆ ਕੇ ਦੇਸ਼ ਦੀ ਅਰਥ ਵਿਵਸਥਾ ਨੂੰ ਕਮਜ਼ੋਰ ਕੀਤਾ, ਦੇਸ਼ ਦੇ ਢਾਂਚੇ ਨੂੰ ਕਮਜ਼ੋਰ ਕੀਤਾ, ਦੇਸ਼ ਦੇ ਸਮਾਜ ਨੂੰ ਵੀ ਕਮਜ਼ੋਰ ਰੱਖਿਆ। ਔਰ ਬੀਜੇਪੀ ਨੇ ਉਸੇ ਕੰਮ ਨੂੰ 10 ਗੁਣਾ ਸਪੀਡ 'ਚ ਅੱਗੇ ਵਧਾਇਆ। ਅਸੀਂ ਇੱਕ ਪੰਜਾਬ ਦੀ ਧਿਰ ਬਣ ਕੇ, ਅਸੀਂ ਪੰਜਾਬੀ ਹਾਂ, ਇਸ ਧਰਤੀ ਦੇ ਜਾਏ ਹਾਂ, ਅਸੀਂ ਇਹਦੀ ਸਹੁੰ ਖਾ ਕੇ ਅਸੀਂ ਅੱਜ ਫੈਸਲਾ ਕਰਦੇ ਹਾਂ ਕਿ ਘੱਟੋ ਘੱਟ ਅਸੀਂ ਆ 4-5 ਕੰਮ, ਮੈਂ ਕਹਿੰਦਾ 4-5 ਵੀ ਨਾ ਛੱਡਣ, ਸਿਰਫ ਕਹਿਣ ਅਸੀਂ 2 ਕੰਮ ਕਰਾਂਗੇ। ਕਿਹੜੇ ਕਿਹੜੇ? ਇੱਕ, ਅਸੀਂ ਹਰ ਬੰਦੇ ਨੂੰ ਮੁਫਤ ਸਿਹਤ ਸੇਵਾਵਾਂ ਦੇਵਾਂਗੇ। ਜਿੰਨਾ ਮਰਜ਼ੀ ਕੋਈ ਬਿਮਾਰ ਹੋਵੇ, ਜੋ ਮਰਜ਼ੀ ਹੋਵੇ, ਅਸੀਂ 1 ਪੈਸਾ ਨਹੀਂ ਲਾਵਾਂਗੇ, ਅਸੀਂ ਉਹਦਾ ਇੰਤਜ਼ਾਮ ਕਰਾਂਗੇ ਜਿੱਥੋਂ ਮਰਜ਼ੀ ਪੈਸਾ ਆਏ। ਦੇਖੋ ਜੇ ਇੱਥੇ ਕਈ ਹਜ਼ਾਰ ਕਰੋੜ ਰੁਪਈਆ ਬਾਹਰੋਂ ਨਾ ਆ ਜਾਵੇ, ਸਾਡੇ ਵੀਰ ਬਾਹਰ ਇੰਨੇ ਬੈਠੇ ਆ, ਉਹਨਾਂ ਦਾ ਦਿਲ ਰੋਂਦਾ ਕਿ ਸਾਡੇ ਭੈਣ ਭਰਾ ਇੱਥੇ ਇਲਾਜ ਖਣੋਂ ਮਰ ਜਾਣ, ਇੱਥੇ ਆਕਸੀਜਨ ਖਣੋਂ ਮਰ ਜਾਣ। ਪਾਕਿਸਤਾਨ ਦਾ ਤੁਸੀਂ ਬਾਰਡਰ ਬੰਦ ਰੱਖੋ। ਇਸ ਲਈ ਦੂਜੇ ਪਾਸੇ ਇਹ ਕਹਿਣ ਕਿ ਅਸੀਂ ਮੁਫਤ ਉਚੇਰੀ ਸਿੱਖਿਆ, ਇਹ ਨਹੀਂ ਕਿ ਜਿਹਦਾ ਮਾਂ-ਬਾਪ ਮਰ ਗਿਆ ਚੀਫ ਮਿਨਿਸਟਰ ਬਿਆਨ ਦੇਵੇ। ਕਿੱਡੀ ਸ਼ਰਮ ਦੀਆਂ ਗੱਲਾਂ ਹੈ ਦੇਸ਼ ਲਈ ਕਿ ਜਿਹੜਾ ਆਰਫਨ ਹੋ ਗਏ ਬੱਚੇ, ਉਹਨਾਂ ਨੂੰ ਅਸੀਂ 10 ਲੱਖ ਰੁਪਈਆ ਦੇਵਾਂਗੇ ਪ੍ਰਧਾਨ ਮੰਤਰੀ, ਅਸੀਂ ਉਹਨਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਵਾਂਗੇ ਚੀਫ ਮਿਨਿਸਟਰ, ਅਸੀਂ 2-2 ਲੱਖ ਰੁਪਈਆ ਵੀ ਦੇ ਦਾਂਗੇ। ਕੀਮਤਾਂ ਪੈਂਦੀਆਂ। ਇਹ ਰਾਜਨੀਤੀ ਨਹੀਂ ਹੈ, ਇਹ ਲੋਕਾਂ ਦੀ ਮਜਬੂਰੀ ਜ਼ਖਮਾਂ ਦੇ ਉੱਤੇ ਮਾੜੀ ਜੀ ਮਲਮ ਲਾ ਕੇ ਇਹ ਦੱਸਣ ਦਾ ਕਿ ਮੈਂ ਹੀ ਡਾਕਟਰ ਆ, ਪਰ ਕਿਹਨੇ ਜ਼ਖਮ ਕੀਤੇ, ਕਿਹੜਾ ਗਰੰਟੀ ਦਊ ਕਿ ਅੱਗੇ ਜ਼ਖਮ ਨਹੀਂ ਹੋਣਗੇ? ਕਿਹਦੇ ਜ਼ਖਮਾਂ ਤੇ ਤੁਸੀਂ ਮਲਮ ਲਾਓਗੇ? ਇਹਦੇ ਬਾਰੇ ਕੋਈ ਨਹੀਂ ਪਰਮਿੰਦਰ ਜੀ ਗੱਲ ਕਰਦਾ। ਇਹ ਜਿਹੜੀ ਗੱਲ ਆ, ਇਹ ਸਾਰੀ ਸੱਤਾ ਦੀ ਖੇਲ ਆ। ਉੱਤਰ ਕਾਂਟੋ ਮੈਂ ਚੜਾਂ। ਮੈਂ ਤੇ ਇਹੀ ਗੱਲ ਕਹੂੰਗਾ ਕਿ ਜਿੰਨੀ ਛੇਤੀ ਪੰਜਾਬ ਦੀ ਰਾਜਨੀਤੀ ਇਹੋ ਜਿਹੇ ਜੰਜਾਲ ਚੋਂ ਬਾਹਰ ਆ ਕੇ ਲੋਕਾਂ ਨੂੰ ਸਮਰਪਿਤ ਹੋ ਕੇ ਤੇ ਲੋਕਾਂ ਨੂੰ ਐਡਰੈਸ ਕਰੂਗੀ, ਲੋਕ ਮੁੱਦਿਆਂ ਨੂੰ ਐਡਰੈਸ ਕਰੂਗੀ, ਉਦੋਂ ਉਨੀ ਛੇਤੀ ਅਸੀਂ ਪੰਜਾਬ ਦੇ ਮਸਲਿਆਂ ਦਾ ਕੋਈ ਹੱਲ ਕੱਢ ਪਾਵਾਂਗੇ। ਉੱਥੋਂ ਨਿਕਲਣਾ ਕੁਛ ਨਹੀਂ। ਮੈਂ ਕਈਆਂ ਬੰਦਿਆਂ ਨਾਲ ਗੱਲ ਕੀਤੀ, ਉਹ ਮੈਂ ਕਿਹਾ ਚੱਲੇ ਆ, ਬੜਾ ਮੇਲਾ ਲੱਗਾ, ਕੱਲ 20-25 ਚਲੇ ਗਏ, ਕੈਬਨਿਟ ਚਲੇ ਗਈ, ਅੱਜ ਤੁਸੀਂ ਦੂਜਾ ਟੋਲਾ ਚੱਲੇ ਆ, ਕਿਹੜੀਆਂ ਮੂੰਗਲੀਆਂ ਫੇਰਨੀਆਂ ਉੱਥੇ, ਤੁਸੀਂ ਦੱਸੋ ਕੀ ਨਿਕਲੂਗਾ? ਉਹ ਮੈਨੂੰ ਕਹਿੰਦੇ ਜਿਹੜੇ ਸਾਡੇ ਮਿੱਤਰ ਜਾਣਨ ਵਾਲੇ ਆ ਹੈਨਾ, ਉਹ ਕਹਿੰਦੇ ਨਿਕਲਣਾ ਬਰਾ ਸਭ ਕੁਛ ਨਹੀਂ ਹੈ, ਗੇੜੀ ਮਾਰ ਆਉਣੀ ਆ। ਮਤਲਬ ਇੱਥੇ ਪ੍ਰੋਫੈਸਰ ਸਾਹਿਬ ਇੱਕ ਗੱਲ ਇਹ ਵੀ ਆਉਂਦੀ ਹੈ ਨਾ ਕਿ ਜਿੱਦਾਂ ਤੁਸੀਂ ਗੱਲ ਕੀਤੀ ਕਿ ਲੜਾਈ ਸਿਰਫ ਕੁਰਸੀ ਦੀ ਹੈ, ਕਾਲਾ ਕਲੇਸ਼ ਜੋ ਚੱਲ ਰਿਹਾ ਇਹ ਕੁਰਸੀ ਪਿੱਛੇ ਚੱਲ ਰਿਹਾ। ਪਰ ਇਹ ਕੀ ਲੱਗਦਾ ਕਿ ਜਿੱਦਾਂ ਜਿਹੜੇ ਮੁੱਦਿਆਂ ਨੂੰ ਲੈ ਕੇ, ਕੋਈ ਵੀ ਹੋਏ ਮੁੱਦੇ, ਆਪਾਂ ਅੱਗੇ ਗੱਲ ਕਰਾਂਗੇ ਇਹਦੇ ਬਾਰੇ, ਮੁੱਦਿਆਂ ਨੂੰ ਲੈ ਕੇ ਜਾਂ ਮੁੱਦਿਆਂ ਪ੍ਰਤੀ ਬਿਆਨ ਦੇ ਕੇ ਜਿਹੜੇ ਬੰਦੇ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਆ, ਕਿ ਜਿੱਦਾਂ ਹੁਣ ਹਾਈ ਕਮਾਂਡ ਹੈ ਜਿਹੜੀ, ਉਹ ਅੰਦਰੋਂ ਆਦੇਸ਼ ਕਰਦੀ ਹੈ ਕਿ ਪ੍ਰੈਸ ਦੇ ਅੱਗੇ ਕੁਝ ਨਹੀਂ ਬੋਲਣਾ, ਸਾਰੇ ਚੁੱਪ ਕਰਕੇ ਨਿਕਲ ਆਉਂਦੇ, ਅੰਦਰ ਕੀ ਹੋਇਆ ਕੁਝ ਨਹੀਂ ਦੱਸਦਾ ਕੋਈ, ਭਾਵੇਂ ਕਿੱਡਾ ਵੱਡਾ ਇਹਨਾਂ ਦਾ ਆਗੂ ਹੈ ਜਾਂ ਕਿੰਨਾ ਵੀ ਬੜਬੋਲਾ ਕਹਿ ਲਓ, ਬੇਬਾਕ ਬੋਲਣ ਵਾਲੀ ਗੱਲ ਕਰਦਾ ਕੋਈ ਏਦਾਂ। ਕੀ ਕੱਲ ਨੂੰ ਕਿ ਜੇ ਕੋਈ ਹਾਈ ਕਮਾਂਡ ਏਦਾਂ ਦਾ ਆਰਡਰ ਦੇ ਦਿੰਦੀ ਹੈ, ਜਾਂ ਸੂਤਰਾਂ ਮੁਤਾਬਕ ਜਿਹੜੀ ਗੱਲ ਕਰ ਰਹੇ ਆ ਕਿ ਕੁਝ ਕੁ ਬੰਦੇ ਏਦਾਂ ਵੀ ਕਹਿ ਰਹੇ ਨੇ ਕਿ ਜਿਹੜੀ ਬਦਲਾਅ ਹੋਣਾ ਇਹਦੇ ਵਿੱਚ ਕੈਬਨਿਟ 'ਚ, ਜਾਂ ਨਵਾਂ ਚਿਹਰੇ ਆਪਾਂ ਕਹਿ ਲਓ ਕਿ ਉਹਦੇ ਬਾਰੇ ਬਦਲਣ ਬਾਰੇ, ਨਵਾਂ ਚਿਹਰਾ ਲੈ ਕੇ ਆਉਣ ਬਾਰੇ ਵੀ ਗੱਲ ਹੁੰਦੀ ਹੈ, ਤਾਂ ਸੂਤਰ ਇਹ ਵੀ ਕਹਿ ਰਹੇ ਨੇ ਕਿ ਫਿਲਹਾਲ ਸਮਾਂ ਨਹੀਂ ਹੈਗਾ ਔਰ ਹਾਈ ਕਮਾਂਡ ਇਸ ਤਰ੍ਹਾਂ ਦਾ ਫੈਸਲਾ ਨਹੀਂ ਲੈ ਸਕਦੀ। ਤਾਂ ਕੀ ਏਦਾਂ ਦਾ ਆਰਡਰ ਦੇ ਉੱਪਰੋਂ ਆਉਂਦਾ ਕਿ ਚਿਹਰਾ ਕੋਈ ਨਹੀਂ ਬਦਲਿਆ ਜਾਊਗਾ, ਬਾਕੀਆਂ ਨੂੰ ਲੋੜ ਹੈ ਤਾਂ ਨਾਲ ਹੋ ਕੇ ਚੱਲੋ, ਏਕਤਾ ਦਿਖਾਓ, 2022 ਜਿੱਤੋ, ਫਿਰ ਦੇਖਾਂਗੇ? ਤੇ ਕੀ ਫਿਰ ਇਹ ਟਵੀਟ ਜੰਗ, ਬਿਆਨਬਾਜ਼ੀ, ਜਾਂ ਇਹ ਆਪਸ ਵਿੱਚ ਇੱਕ ਦੂਜੇ ਨੂੰ ਭੰਡਣਾ, ਚਿੱਕੜ ਉਛਾਲਣਾ, ਇਹ ਸਾਰਾ ਕੁਝ ਚੱਲਦਾ ਰਹੂਗਾ? ਸੱਚੀ ਮੁੱਚੀ ਸੁਹਿਰਦ ਹੋਣਗੇ ਪੰਜਾਬ ਦੇ ਮੁੱਦਿਆਂ ਤੇ, ਜਾਂ ਫਿਰ ਚੁੱਪ ਕਰਕੇ ਬਹਿ ਜਾਣਗੇ? ਦੇਖੋ, ਜੇ ਤੇ ਉਹਨਾਂ ਨੂੰ ਜੋ ਨਵਜੋਤ ਸਿੱਧੂ ਦੇ ਧੜੇ ਨੂੰ ਜੋ ਚਾਹੀਦਾ ਹੈ
ਜੇ ਮਾੜਾ ਮੋਟਾ ਵੀ ਉਹਦਾ 70-80% ਵੀ ਮਿਲ ਗਿਆ ਫਿਰ ਉਹ ਚੁੱਪ ਕਰ ਜਾਣਗੇ, ਫਿਰ ਉਹੀ ਕੈਪਟਨ ਵੀ ਠੀਕ ਹੋ ਜਾਊਗਾ, ਕੈਪਟਨ ਨੂੰ ਜੱਫੀ ਵੀ ਪੈ ਜਾਊਗੀ। ਵਿੱਚ ਵਿਚਾਲੇ ਤੁਹਾਨੂੰ ਪਤਾ ਇੱਕ ਵਾਰੀ ਮੇਲ ਮਿਲਾਪ ਵਧਿਆ ਵੀ ਸੀ, ਲੰਚ ਤੇ ਵੀ ਗਏ ਸੀ, ਫੋਟੋਆਂ ਵੀ ਆਈਆਂ ਸੀ, ਫਿਰ ਉਹ ਗੱਲ ਨਹੀਂ ਦਿਲ ਦੀ ਹੋਈ, ਉਹ ਫਿਰ ਗੋਲੀਬਾਰੀ ਸ਼ੁਰੂ ਹੋ ਗਈ। ਤੇ ਜੇ ਉਹ ਨਾ ਦਿੱਤਾ ਤੇ ਫਿਰ ਗੋਲੀਬਾਰੀ ਸ਼ੁਰੂ ਰਹੂਗੀ। ਉਹ ਕਹਿੰਦਾ ਨਾ ਫਿਰ ਖੇਡਣਾ ਨਾ ਖੇਡਣ ਦੇਣਾ, ਫਿਰ ਤੇ ਅਸੀਂ ਭੱਜਦਿਆਂ ਲਈ ਵਾਹਣ ਇੱਕੋ ਜਿਹੇ ਆ, ਫਿਰ ਉਸ ਤਰੀਕੇ ਦੀ ਰਾਜਨੀਤੀ ਚੱਲੂਗੀ। ਇਹ ਕਾਂਗਰਸ 'ਚ ਚੱਲਦੀ ਆ, ਤੁਸੀਂ ਮੱਧ ਪ੍ਰਦੇਸ਼ 'ਚ ਦੇਖ ਲਿਆ, ਰਾਜਸਥਾਨ 'ਚ ਵੀ ਉਹਨਾਂ ਨੇ ਮਾਰਿਆ ਸੀ ਦਬਕਾ, ਫਿਰ ਠੰਡੌਲਾ ਗਹਿਲੋਟ ਨੇ ਕਰ ਲਿਆ, ਪਰ ਮੱਧ ਪ੍ਰਦੇਸ਼ ਤੇ ਛਾਲ ਮਾਰ ਕੇ ਉਹ ਰਾਜਾ ਜੀ, ਛੋਟੇ ਰਾਜਾ ਜੀ ਚਲੇ ਹੀ ਗਏ, ਬੀਜੇਪੀ ਦੇ ਵਿੱਚ ਜਾ ਸ਼ਾਮਲ ਹੋਏ। ਹੁਣ ਭਾਵੇਂ ਉੱਥੇ ਔਖੇ ਆ, ਉੱਥੇ ਕੀ ਮਿਲਣਾ ਸੀਗਾ, ਉਹੋ ਹੀ ਹਾਲ ਉੱਥੇ ਆ। ਇਸ ਲਈ ਮੇਰਾ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ, ਮੈਂ ਤੁਹਾਨੂੰ ਸਿੱਧਾ ਕਹਿਣਾ, ਮੈਂ ਬਹੁਤਾ ਰਾਜਨੀਤਿਕ ਪੰਡਿਤ ਨਹੀਂ, ਨਾ ਮੈਂ ਇਹਨਾਂ ਗੱਲਾਂ 'ਚ ਵਿਸ਼ਵਾਸ ਰੱਖਦਾ। ਚੀਫ ਮਿਨਿਸਟਰ ਨੂੰ ਨਹੀਂ ਹਿਲਾਉਣਗੇ ਉਹ, ਇਸ ਕਰ ਕਿਉਂਕਿ ਨਾ ਤੇ ਉਹ ਚੀਫ ਮਿਨਿਸਟਰ ਦੇ ਹਿੱਤ 'ਚ ਤੇ ਹੈ ਹੀ ਹੈ ਨਾ ਹਿਲਾਉਣਾ, ਪਾਰਟੀ ਦੇ ਹਿੱਤ 'ਚ ਵੀ ਆ, ਕਿਉਂਕਿ ਚੋਣਾਂ ਨੇੜੇ ਆਈਆਂ। ਉਹ ਓਵਰਆਲ ਸਿੱਧੂ ਦੇ ਧੜੇ ਲਈ ਵੀ ਨੁਕਸਾਨਦੇਹ ਆ ਜੇ ਚੀਫ ਮਿਨਿਸਟਰੀ ਹਿਲਾਉਂਦੇ ਆ। ਨੰਬਰ 2, ਫਿਰ ਕੀ ਕਰਨਗੇ ਜੀ, ਹੋ ਸਕਦਾ 2 ਡਿਪਟੀ ਚੀਫ ਮਿਨਿਸਟਰ ਲਾ ਦੇਣ। ਇੱਕ ਜਿਹੜਾ ਵੇਰਕਾ ਸਾਹਿਬ ਕੱਲ ਬੜਕ ਮਾਰ ਕੇ ਕਹਿੰਦੇ ਸੋ, ਉਹ ਐਂ ਇੰਪ੍ਰੈਸ਼ਨ ਦੇਣਾ ਚਾਹੁੰਦੇ ਆ ਕਿ ਮੈਂ ਹੀ ਹੁਣ ਦਲਿਤਾਂ ਦਾ ਲੀਡਰ ਆ, ਹੋਰ ਸਾਰਿਆਂ ਨਾਲੋਂ ਵੱਡਾ ਆ, ਤੇ ਇਸ ਲਈ ਉਹਨਾਂ ਨੇ ਆ ਕੇ ਬਿਆਨ ਜਿਹੜਾ ਦਿੱਤਾ, ਇਹਦਾ ਮਤਲਬ ਇਹ ਹੈ ਕਿ ਅੰਦਰ ਕੋਈ ਉਹ ਗੱਲ ਇਹੋ ਜਿਹੀ ਕਰਕੇ ਆਏ ਹੈਗੇ, ਤੇ ਕੁਦਰਤੀ ਹੈ ਜੇ ਗੱਲ ਕਰਕੇ ਆਏ ਆ ਤੇ ਉਹਦਾ ਕ੍ਰੈਡਿਟ ਵੀ ਉਹ ਲੈਣਗੇ, ਤੇ ਇੱਕ ਦਲਿਤ ਡਿਪਟੀ ਸੀਐਮ ਦਾ ਚੱਕਰ ਚੱਲੂਗਾ। ਦੂਜਾ ਨਵਜੋਤ ਸਿੰਘ ਸਿੱਧੂ ਦਾ ਡਿਪਟੀ ਸੀਐਮ ਦਾ ਹੋ ਸਕਦਾ ਆ। ਇਹ 2 ਗੱਲਾਂ ਦਾ ਗੰਢ ਧੁੱਪ ਹੋ ਜੇ ਤੇ ਹੇਰਵਾ ਜਿਹੜਾ ਸਾਡਾ ਅੰਦਰੋਂ ਦਰਦ ਹੈਗਾ ਕਿ ਸਾਨੂੰ ਪਾਰਟੀ ਤੋਂ ਬਾਹਰ ਕਰਤਾ, ਸਾਨੂੰ ਜੋ ਯੋਗ ਜਗ੍ਹਾ ਮਿਲਦੀ ਸੀ ਨਹੀਂ ਦਿੱਤਾ, ਉਹ ਹੋ ਜਾਊਗਾ। ਪਰ ਮੇਰਾ ਸਵਾਲ ਉਦੋਂ ਅਗਲਾ ਪਰਮਿੰਦਰ ਜੀ ਇੰਨਾ ਹੀ ਆ, ਸਾਰਾ ਕੁਝ ਹੋ ਵੀ ਜਾਏ, ਜੋ ਚਾਹੁੰਦੇ ਆ ਧੜਾ, ਵਿਰੋਧੀ ਧੜਾ ਪਾਰਟੀ ਦੇ ਅੰਦਰ ਚਾਹੁੰਦਾ, ਉਹ ਸਾਰਾ ਕੁਝ ਮਿਲ ਵੀ ਜਾਏ। ਸਵਾਲ ਅਗਲਾ ਇਹ ਹੈਗਾ ਆ ਕਿ ਕਾਂਗਰਸ ਦੇ ਅੰਦਰ ਰਹਿ ਕੇ ਜਿਹਨੇ ਹੁਣ 4.5 ਸਾਲ ਕੁਝ ਨਹੀਂ ਕੀਤਾ, ਆਉਣ ਵਾਲੇ ਜਿਹੜੇ 5 ਸਾਲ ਹੋਰ ਉਹਨਾਂ ਨੂੰ ਦੇਵਾਂਗੇ, ਉਹ ਪੂਰਾ ਕਰ ਦੇਣਗੇ। ਔਰ ਇਹੋ ਹੀ ਧੜਾ ਕਹਿ ਰਿਹਾ ਕਿ ਕੁਝ ਨਹੀਂ ਕੀਤੇ। ਇਹੀ ਨਵਜੋਤ ਸਿੰਘ ਸਿੱਧੂ ਜਦੋਂ ਰੇਤਾ ਬਜਰੀ ਦਾ ਮੁੱਦਾ ਲੈ ਕੇ ਗਿਆ ਕਿ ਇਹਨੂੰ ਆਪਾਂ ਸਰਕਾਰੀ ਕਰ ਲਈਏ ਤਾਂ ਕਿ ਲੋਕਾਂ ਸਸਤੀ ਰੇਤਾ ਬਜਰੀ ਮਿਲੂਗੀ, ਨਾਲੇ এনवायरमेंट ਬਚਿਆ ਰਹੂਗਾ, ਨਾਲੇ 4 ਪੈਸੇ ਸਰਕਾਰ ਨੂੰ ਹੋਰ ਆਉਣਗੇ, ਨਹੀਂ ਲਿਆ, ਕਿਉਂਕਿ ਉਹ ਇੱਕ ਸੋਨਾ ਆ, ਗੋਲਡ ਮਾਈਨ ਆ, ਜਿਹੜੀ ਸਾਰੇ ਪੋਲੀਟੀਸ਼ੀਅਨ ਰਲ ਮਿਲ ਕੇ ਖਾਂਦੇ ਪੀਂਦੇ ਆ। ਹੋਰ ਸਾਰੇ ਮੁੱਦੇ ਵੀ, ਦਾਰੂ ਦਾ ਮੁੱਦਾ ਸੀ ਕਿ ਸਰਕਾਰੀ ਵੇਚਣੀ ਸ਼ੁਰੂ ਕਰ ਦਈਏ, 6000 ਕਰੋੜ ਦੀ ਜਗ੍ਹਾ ਸਾਨੂੰ 12-15,000 ਕਰੋੜ ਰੁਪਈਆ ਸਟੇਟ ਨੂੰ ਆਊਗਾ। ਜਿਹੜੇ ਖਾਲੀ ਭਾਂਡੇ, ਮਨਪ੍ਰੀਤ ਜੀ ਬਾਰ-ਬਾਰ ਕਹਿੰਦੇ ਖਾਲੀ ਕੁੱਜਾ ਆ, ਕੁਛ ਨਹੀਂ, ਉਹਦੇ ਵਿੱਚ ਨੋਟ ਨਹੀਂ ਹੈਗੇ, ਤਾਂ ਉਹਦੇ 'ਚ 4 ਨੋਟ ਪੈ ਜਾਣਗੇ, ਉਹਨੂੰ ਵੀ ਉਹਨਾਂ ਨੇ ਰਿਜੈਕਟ ਕੀਤਾ। ਤੇ ਇਸ ਲਈ ਜੇ ਬਣ ਵੀ ਜਾਣਗੇ ਤੇ ਕੀ ਇਹ ਸਾਰੀਆਂ ਗੱਲਾਂ ਵਿੱਚ ਵੜ ਕੇ ਉਹ ਫਿਰ ਠੀਕ ਹੋ ਜਾਣਗੀਆਂ? ਨਹੀਂ ਠੀਕ ਹੋਣਗੀਆਂ। ਕਾਂਗਰਸ ਦੇ ਫਰੇਮਵਰਕ 'ਚ ਰਹਿ ਕੇ ਤੁਸੀਂ ਪੰਜਾਬ ਦੇ ਹਿੱਤ ਵਿੱਚ ਕੋਈ ਬਹੁਤ ਵੱਡੀਆਂ ਪਲਾਂਘਾਂ ਨਹੀਂ ਮਾਰ ਸਕਦੇ, ਖਾਸ ਕਰ ਜਦੋਂ ਇਹਨਾਂ ਦਾ ਮੁਕਾਬਲਾ ਹੁਣ ਬੀਜੇਪੀ ਨਾਲ ਹੋਵੇ, ਜਿਹੜੀ ਕਿ ਬਿਲਕੁਲ ਅਲਟਰਾ ਰਾਈਟ, ਜਿਹੜੀਆਂ ਕਿ ਉਹੋ ਜਿਹੀਆਂ ਪਾਲਿਸੀਆਂ ਲੈ ਕੇ ਆ ਰਹੇ, ਜਿਹੜੀ ਸਿੱਧੀ ਅਡਾਨੀਆਂ, ਅੰਬਾਨੀਆਂ ਤੇ ਕਾਰਪੋਰੇਟਾਂ ਦੀ ਗੋਦੀ ਦੇ ਬਾਲ ਬਣ ਕੇ, ਬਾਲੜੇ ਬਣ ਕੇ ਖੇਲ ਰਹੇ, ਉਹਨਾਂ ਦੀ ਗੋਦੀਆਂ 'ਚ ਖੇਲ ਰਹੇ ਆ। ਉਹਦੇ ਲਈ ਇਹਨਾਂ ਦੀ ਹੋਰ ਵੀ ਇਹਨਾਂ ਦਾ ਕਾਫੀਆ ਤੰਗ ਹੋਇਆ। ਇਹ ਜਿਹੜੀ ਮਾੜੀ ਮੋਟੀ ਸਪੇਸ ਸੀ ਉਹ ਇਹਨਾਂ ਦੀ ਖਤਮ ਹੋ ਗਈ, ਉਹਦੇ ਚੋਂ ਬਾਹਰ ਆ ਕੇ ਹੀ ਕੁਝ ਕਰ ਸਕਦੇ। ਮੈਂ ਇੰਨਾ ਹੀ ਕਹੂੰਗਾ ਕਿ ਰੱਬ ਸਾਰਿਆਂ ਨੂੰ ਹੀ ਸੈਟੀਸਫਾਈ ਕਰੇ, ਸਾਰਿਆਂ ਨੂੰ ਜੋ ਉਹਨਾਂ ਦੀ ਮਨ ਦੀ ਤਮੰਨਾ ਕਰੇ ਪੂਰੀ ਕਰੇ, ਪਾਰਟੀ ਦੇ ਅੰਦਰ ਮਿਲ ਜੇ। ਸਾਡੇ ਕੋਲੋਂ ਕਿਹੜੀ ਕੀ ਜਾਣਾ ਹੈ, ਸਾਨੂੰ ਤਾਂ ਤਮੰਨਾ ਹੀ ਕਰਨੀ ਚਾਹੀਦੀ ਆ। ਜਾਣਾ ਆ ਤੇ ਉਹ ਪਾਰਟੀ ਵਾਲਿਆਂ ਕੋਲ ਜਾਊ ਜਾਂ ਕੈਪਟਨ ਕੋਲ ਜਾਊਗਾ, ਸਾਰਿਆਂ ਨੂੰ ਮਿਲੇ, ਪਰ ਇਹ ਜਵਾਬ ਜ਼ਰੂਰ ਦੇਣ ਕਿ ਇੰਨੀ ਲੜਾਈ ਤੋਂ ਬਾਅਦ, ਇੰਨੀ ਤੀਰ ਕਮਾਨ ਚਲਾਉਣ ਤੋਂ ਬਾਅਦ ਕੀ ਉਹ ਗਰੰਟੀ ਦੇਣਗੇ ਕਿ ਉਸ ਪਾਰਟੀ ਦੇ ਵਿੱਚ ਚੰਗੇ ਅਹੁਦੇ ਪਾ ਕੇ ਪੰਜਾਬ ਦਾ ਭਲਾ ਉਸ ਪਾਰਟੀ ਰਾਹੀਂ ਹੋਊਗਾ? ਹਾਂਜੀ ਜੀ, ਤੁਹਾਡੀ ਤਮੰਨਾ ਪੂਰੀ ਹੋਵੇ, ਇਹ ਤਾਂ ਅਸੀਂ ਚਾਹੁੰਦੇ ਕਿ ਪੰਜਾਬ ਦਾ ਜਿਹੜਾ ਭਲਾ ਹੋਵੇ, ਕਿਸੇ ਪੰਜਾਬ ਦੇ ਕਿਸੇ ਤਰ੍ਹਾਂ ਕਿਸੇ ਪੱਖ ਨੂੰ ਵੀ ਲੈ ਕੇ ਕੋਈ ਇੱਕ ਧਿਰ ਜਿਹੜੀ ਹੈਗੀ ਸਾਹਮਣੇ ਆਵੇ ਪੰਜਾਬ ਦੇ ਲੋਕਾਂ ਦੇ। ਸੋ ਜਿਹੜਾ ਇੱਕ ਮੁੱਦਾ ਹੋਰ ਆਪਾਂ ਵਿਚਾਰ ਲਈਏ ਕਿ ਜਿੱਦਾਂ ਸਿਆਸਤ ਹੋ ਰਹੀ ਹੈ, ਭਾਵੇਂ ਉਹ ਵਿਰੋਧੀ ਧਿਰਾਂ ਨੇ, ਅਕਾਲੀ ਦਲ ਹੈ, ਕਾਂਗਰਸ ਹੈ, ਜਾਂ ਆਮ ਆਦਮੀ ਪਾਰਟੀ ਹੈ, ਜਾਂ ਭਾਜਪਾ, ਸਾਰੀਆਂ ਸਿਆਸੀ ਜਿਹੜੀਆਂ ਧਿਰਾਂ ਨੇ ਉਹ ਮੁੱਦਾ ਇੱਕੋ ਲੈ ਕੇ ਹੁਣ ਸਾਹਮਣੇ ਆ ਰਹੀਆਂ ਨੇ। ਇੱਥੋਂ ਤੱਕ ਕਿ ਸੁਖਬੀਰ ਬਾਦਲ ਵਰਗੇ ਵੀ ਆ ਕੇ ਅੱਗੇ ਬਿਆਨ ਦੇ ਰਹੇ ਨੇ, ਜਿਨ੍ਹਾਂ ਦੇ ਰਾਜ ਵਿੱਚ ਘਟਨਾ ਵਾਪਰੀ ਸੀ, ਬੇਅਦਬੀ ਕਾਂਡ, ਜਿਹੜਾ ਆਪਾਂ ਕਹਿ ਦਿੰਦੇ 6 ਸਾਲ ਪੂਰੇ ਹੋ ਗਏ। ਇਨਸਾਫ ਦੀ ਹਲੇ ਵੀ ਉਡੀਕ ਹੈ, ਇਨਸਾਫ ਦੀ ਕਿਤੋਂ ਆਸ ਹਲੇ ਵੀ ਵੱਜਦੀ ਦਿਖਾਈ ਨਹੀਂ ਦੇ ਰਹੀ। ਜਾਂਚਾਂ ਬੈਠ ਚੁੱਕੀਆਂ ਨੇ, CBI ਜਾਂਚ ਹੋ ਚੁੱਕੀ ਹੈ ਤੇ ਵਿਸ਼ੇਸ਼ ਟੀਮਾਂ ਨੇ ਜਾਂਚ ਕਰ ਚੁੱਕੀਆਂ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਮਾਮਲਾ ਐਂ ਲੱਗਦਾ ਪ੍ਰੋਫੈਸਰ ਸਾਹਿਬ ਜਿਵੇਂ ਜਿੱਥੇ ਸ਼ੁਰੂ ਹੋਇਆ ਸੀ ਉੱਥੇ ਹੀ ਖੜਾ ਹੈ, ਕੋਈ ਅੱਗੇ ਤੁਰਿਆ ਹੀ ਨਹੀਂ ਹੈ। ਤੁਹਾਡਾ ਕੀ ਕਹਿਣਾ ਇਸ ਬਾਰੇ? ਪਰਮਿੰਦਰ ਜੀ, ਇਨਸਾਫ ਵਾਲਾ ਭੁੱਲ ਜਾਓ। ਪਹਿਲਾਂ ਤੇ ਇਹ ਮਾਮਲੇ ਸ਼ੁਰੂ ਕਿਵੇਂ ਹੁੰਦੇ ਆ ਤੇ ਕੌਣ ਕਰਾਉਂਦਾ, ਪਹਿਲੀ ਤੇ ਇਹ ਗੱਲ ਹੈ ਨਾ।
ਉਸ ਦੀ ਤਾਂ ਛਾਣਬੀਣ ਕਿਉਂ ਨਹੀਂ ਕੀਤੀ ਜਾਂਦੀ? ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਕੇ ਸੁੱਟੇ ਗਏ, ਜਿਵੇਂ ਪੋਸਟਰ ਲਾਏ ਗਏ, ਜਿਵੇਂ ਚੁਣੌਤੀਆਂ ਕੀਤੀਆਂ, ਸੁੱਤੇ ਪਏ ਸੀ ਅਸੀਂ। ਕਿਉਂ ਨਹੀਂ ਉਹਨੂੰ ਉਸੇ ਵੇਲੇ, ਆਪਣੇ ਕੋਲ ਇੰਨੀ ਇੰਟੈਲੀਜੈਂਸ ਵੀ ਨਹੀਂ ਹੈਗੀ ਕਿ ਆਪਾਂ ਉਹਨਾਂ ਨੂੰ ਉਸੇ ਵੇਲੇ, ਉਹਨਾਂ ਨੇ ਚੁਣੌਤੀਆਂ ਕਰਕੇ ਕਿਹਾ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਹੈਗਾ, ਪਹਿਲਾਂ ਜਿੱਦਣ ਚੁੱਕਿਆ ਵੀ ਹੈ ਸਾਰਾ ਕੁਝ ਉਹਨਾਂ ਨੇ ਕਹਿ ਕੇ ਕੀਤਾ ਨਾ। ਔਰ ਕਿਹੜੀਆਂ ਉਹਦੇ ਪਿੱਛੇ ਤਾਕਤਾਂ ਸੀਗੀਆਂ, ਉਹ ਅੰਦਾਜ਼ਾ ਤੇ ਸਰਕਾਰ ਨੂੰ ਸੀਗਾ ਹੀ। ਉੱਥੇ ਤੱਕ ਕਿਉਂ ਨਹੀਂ ਪਹੁੰਚੇ? ਜਿਹੜੇ ਮੌੜ ਮੰਡੀ ਦੇ ਵਿੱਚ ਉਦੋਂ ਬੰਬ ਧਮਾਕਾ ਹੋਇਆ ਆ, ਇਲੈਕਸ਼ਨ ਦੇ ਦੌਰਾਨ ਹੋਇਆ ਜਿਹੜਾ ਉਦੋਂ 2017 ਦੇ ਵਿੱਚ, ਉਹਦਾ ਕਿੱਥੇ ਗਈਆਂ ਸੀਗੀਆਂ? ਆਪਾਂ ਨੂੰ ਪਤਾ ਨਹੀਂ ਹੈਗਾ ਕਿ ਉਹਦੀਆਂ ਤਾਰਾਂ ਕਿੱਥੇ ਨੂੰ ਗਈਆਂ ਸੀ। ਉਹਦਾ ਵੀ ਪਤਾ ਹੈ ਕਿੱਥੋਂ ਗੱਡੀ ਪੇਂਟ ਹੋਈ ਸੀ ਜਿਹੜੀ ਉੱਥੇ, ਜਿਹਦੇ ਵਿੱਚ ਮੌਤਾਂ ਵੀ ਹੋਈਆਂ। ਜਿੱਥੇ ਜਿੱਥੇ ਵੀ ਵੋਟਾਂ ਪਈਆਂ, ਰਾਜਨੀਤਿਕ ਜਮਾਤ ਕਦੀ ਵੀ ਉਹਨਾਂ ਬੰਦਿਆਂ ਨੂੰ ਜਾਂ ਉਸ ਸੰਸਥਾ ਨੂੰ ਮਾੜਾ ਕਹਿਣ ਲਈ ਤਿਆਰ ਨਹੀਂ, ਕਿਉਂਕਿ ਵੋਟਾਂ ਆ ਉਹਨਾਂ ਕੋਲ। ਇਸ ਲਈ ਜਿਹੜੀ ਵੋਟਾਂ ਦੀ ਰਾਜਨੀਤੀ ਆ ਉਹ ਇੱਕ ਬੜੀ ਟੇਢੀ ਰਾਜਨੀਤੀ ਆ। ਉਹਦੇ 'ਚ ਤੁਸੀਂ ਕਹੋ ਕਿ ਲੋਕਾਂ ਨੂੰ ਇਨਸਾਫ ਮਿਲ ਜੂ, ਕਿਵੇਂ ਹੋ ਸਕਦਾ? ਇਹ ਸੱਤਾ ਦੀ ਰਾਜਨੀਤੀ ਹੈ, ਸੱਤਾ ਦੇ ਉੱਤੇ ਕਬਜ਼ਿਆਂ ਦੀ ਰਾਜਨੀਤੀ ਹੈ। ਲੋਕਾਂ ਨੂੰ ਇਨਸਾਫ ਦੇਣ ਦੀ ਰਾਜਨੀਤੀ ਤਾਂ ਹੈ ਹੀ ਨਹੀਂ। ਫਿਰ ਆਪਾਂ ਇਨਸਾਫ ਕਿਹੜੀ ਗੱਲ ਦੀ ਮੰਗ ਕਰਦੇ? ਮੈਂ ਹੁਣ ਨਿੱਕੀਆਂ ਗੱਲਾਂ ਦੋ ਕਰਕੇ ਗੱਲ ਨੂੰ ਅੱਗੇ ਤੋਰਦੇ ਹਾਂ ਆਪਾਂ। ਪਹਿਲੀ ਗੱਲ, ਰਾਮ ਮੰਦਿਰ ਦਾ ਮਾਮਲਾ ਕਿੰਨੀ ਦੇਰ ਉਹਨੂੰ ਘਸੀਟਿਆ ਗਿਆ? ਘੱਟੋ ਘੱਟ ਤਕਰੀਬਨ 25 ਤੋਂ 28 ਸਾਲ, ਤਕਰੀਬਨ 28 ਸਾਲ ਹੈ ਨਾ। 1992 ਚ ਚੱਲਿਆ, 91 ਚ ਚੱਲਿਆ, ਕਰਦੇ 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 ਹੁਣ ਜਾ ਕੇ ਉਹ ਪਿੱਛੇ ਜਿਹੜਾ ਉਹਨੂੰ ਪਿਛਲੇ ਸਾਲ ਜਿਹੜਾ ਜੋ ਪਿਛਲੇ ਤੋਂ ਪਿਛਲੇ ਸਾਲ ਉਹਨੂੰ ਸਿਰੇ ਲਾਇਆ। ਉਹ ਵੀ ਜਿਸ ਢੰਗ ਨਾਲ ਸਿਰੇ ਲਾਇਆ ਗਿਆ, ਜਿਸ ਰੰਜਨ ਗੋਗੋਈ ਨਾਲ, ਜਿਸ ਕਿਸਮ ਨਾਲ ਉਹਨੂੰ ਰਾਜ ਸਭਾ ਦੀ ਸੀਟ ਦੇ ਕੇ ਤੇ ਉਹ ਫੈਸਲਾ ਆਪਣੇ ਹੱਕ ਚ ਕਰਾਇਆ ਗਿਆ, ਜਦਕਿ ਸਾਰੇ ਦੀ ਸਾਰੇ ਆਰਗੂਮੈਂਟ ਰਾਮ ਮੰਦਿਰ ਦੇ ਬਣਨ ਦੇ ਵਿਰੋਧ ਵਿੱਚ ਹੈਗੇ ਆ, ਖੁਦ ਉਸੇ ਜੱਜਮੈਂਟ ਦੇ ਵਿੱਚ ਹੈਗੇ ਆ। ਇਹ ਇੱਥੇ ਇਨਸਾਫ ਮਿਲੂਗਾ ਜਦੋਂ ਕੋਰਟਾਂ ਦੇ ਵਿੱਚ ਵੀ ਜਾ ਕੇ, ਉਹ ਵੀ ਇੱਕ CJI ਤੋਂ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਹੈਗੀ। ਸੁਪਰੀਮ ਜਿਹੜੀ ਕੋਰਟ ਆ ਉਹਦੇ ਵਿੱਚ ਜਾ ਕੇ ਤਾਂ ਫਿਰ ਕਿੱਥੋਂ ਮਿਲੂਗਾ? ਪਾਰਟੀਆਂ ਦਾ ਵੀ ਇਹੀ ਹਾਲ ਆ, ਤੇ ਪਾਰਟੀਆਂ ਵੀ ਉਹ ਆਪਣੀ ਸੱਤਾ ਦੀ ਲੜਾਈ ਲੜ ਰਹੀਆਂ। ਔਰ ਦੂਸਰੀ ਗੱਲ, ਇਹ ਮੈਨੂੰ ਬੜੀ ਅਫਸੋਸ ਦੀ ਗੱਲ ਆ, ਤੁਸੀਂ ਵੀ ਪਰਮਿੰਦਰ ਜੀ ਆਪਣੀ ਜ਼ਿੰਦਗੀ 'ਚ ਦੇਖਿਆ, ਮੈਨੂੰ ਤੇ 50 ਸਾਲ ਦੇਖਦੇ ਹੋਏ, ਜਿੰਨੇ ਵੱਡੇ ਪੱਧਰ ਤੇ ਧਰਮ ਤੇ ਜਾਤ ਦੀ ਰਾਜਨੀਤੀ ਤੀਜੇ ਜਿਹਨੂੰ ਥਰਡ ਵਰਲਡ ਕੰਟਰੀਜ਼ ਕਹਿੰਦੇ ਆ, ਹੈ ਤੀਜੇ ਸੰਸਾਰ ਦੀ ਦੁਨੀਆ ਜਿਹੜੇ ਆ, ਉਸ ਦੇ ਵਿੱਚ ਇਹੋ ਜਿਹੀਆਂ ਕੀਤਾ ਜਾਂਦਾ ਆ, ਇਹਨੂੰ ਵਰਤਿਆ ਜਾਂਦਾ ਹੈ, ਉਹ ਕਿਤੇ ਨਹੀਂ ਹੋਰ ਵਰਤਿਆ ਜਾਂਦਾ। ਹੁਣ ਜਦੋਂ ਦੀ BJP ਆਈ ਹੈ, RSS ਦਾ ਤੇ ਪ੍ਰਾਈਮ ਏਜੰਡਾ ਇਹ ਹੈ, ਕੋਈ ਵਿਕਾਸ ਨਹੀਂ, ਕੋਈ ਇਨਸਾਫ ਨਹੀਂ, ਕੋਈ ਲੋਕਾਂ ਦੇ ਹਿੱਤ ਦੀ ਕੋਈ ਪਾਲਿਸੀ ਨਹੀਂ। ਸਿਰਫ ਤੇ ਸਿਰਫ ਪਿਛਲੀ ਵਾਰੀ ਬਾਲਾਕੋਟ ਦੇ ਨਾਂ ਤੇ 303 ਸੀਟਾਂ ਲੈ ਲਈਆਂ। ਐਤਕੀ ਨਵਾਂ ਏਜੰਡਾ ਆ ਰਿਹਾ, ਤੁਸੀਂ ਦੇਖ ਲਿਓ। ਐਤਕੀ ਹਿੰਦੂ ਰਾਸ਼ਟਰ ਦੇ ਨਾਂ ਤੇ ਵੱਡੇ ਪੱਧਰ ਤੇ ਉਹਦਾ ਸ਼ੁਰੂਆਤ ਕਰਤੀ ਆ। CAA ਦਾ ਐਕਟ ਬਣਿਆ, ਧਾਰਾ 370 ਹਟਾਈ। ਹੁਣ ਇਹਨਾਂ ਨੇ ਕਹਿਤਾ ਕਿ ਜਿਹੜੇ ਵੀ ਭਾਰਤੀ ਤਿੰਨਾਂ ਸੂਬਿਆਂ ਦੇ ਵਿੱਚ ਹੈਗੇ ਆ, ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼, ਉਹ ਆ ਜਾਣ ਵਾਪਸ, ਅਸੀਂ ਉਹਨਾਂ ਨੂੰ ਇੱਥੇ ਸਿਟੀਜ਼ਨਸ਼ਿਪ ਦਿੰਦੇ ਹਾਂ। ਫਿਰ ਇੱਥੋਂ ਇਹਦੀ ਗੱਲ ਦੀ ਤਿੱਖਾ ਕਰਨਗੇ ਵੀ ਅਸੀਂ ਆਪਣਾ ਹਿੰਦੂ ਰਾਸ਼ਟਰ ਫਲਾਨਾ ਟਮਕਾਣਾ, ਉਹਦੇ ਤਰੀਕੇ ਕੱਢ ਲੈਣਗੇ। ਉਹਦੇ ਨਾਂ ਤੇ 2024 ਦੀਆਂ ਚੋਣਾਂ ਲੜਨ ਦੀ ਫਿਰ ਕੋਸ਼ਿਸ਼ ਕੀਤੀ ਜਾ ਰਹੀ। ਸਾਡੇ ਵੀ 84 ਵਾਲੇ ਏਜੰਡੇ ਦੀ ਕਿੰਨਾ ਉਹਨੂੰ ਚੋਇਆ, ਕਿੰਨਾ ਉਹਨੂੰ ਮਿਲਕਿੰਗ ਕੀਤੀ ਆ ਉਹਦੀ, ਅਜੇ ਤੱਕ ਕਿਹੜੇ ਸਿਰੇ ਤੇ ਲੱਗਾ? ਜਿੰਨਾ ਮਰਜੀ ਸਾਡੇ ਵਕੀਲ ਸਾਹਿਬਾਨ ਇੱਥੇ ਦੇ ਪੰਜਾਬ ਦੇ ਜਾਂ ਦਾਖੇ ਤੋਂ ਜਿਹੜੇ ਚੋਣ ਲੜੇ ਸੀਗੇ, ਉਹ ਇਸ ਗੱਲ ਦੀ ਕੋਸ਼ਿਸ਼ ਕਰਦੇ ਹੋਣ, ਜਾਂ ਬਾਕੀ ਸਾਰਿਆਂ ਨੇ ਕੁਛ ਆਪਾਂ ਨੂੰ ਬੜੀ ਅੰਕੁਸ਼ ਜਿਹੀ, ਤੁੱਛ ਜਿਹੀ ਜਿਹੜੀ ਜਿਹੜਾ ਉਹਦੇ ਚ ਕਾਮਯਾਬੀ ਮਿਲੀ ਆ, ਬਾਕੀ ਸਾਰਾ ਉਹ ਰਫਾ ਦਫਾ ਹੋ ਗਿਆ। ਉਹਦੇ ਤੇ ਵੀ ਇਸੇ ਤਰੀਕੇ ਨਾਲ 400 ਤੋਂ ਵੱਧ ਰਾਜੀਵ ਗਾਂਧੀ MP ਜਿਹੜੇ ਬਣਾ ਗਏ ਸੀਗੇ। ਮੇਰਾ ਖਿਆਲ ਸਾਰੀ ਉਮਰ ਕਦੀ ਵੀ ਕਾਂਗਰਸ ਨੇ ਏਡੀ ਵੱਡੀ ਗਿਣਤੀ 'ਚ ਜਿੱਤ ਹਾਸਲ ਨਹੀਂ ਕੀਤੀ ਹੋਣੀ ਜਿਹੜੀ ਸਿੱਖਾਂ ਦੇ ਕਤਲੇਆਮ ਦੇ ਨਾਂ ਦੇ ਉੱਤੇ ਕੀਤੀ ਗਈ। ਕਮਿਊਨਲ ਏਜੰਡਾ ਜੀ, ਠੀਕ ਹੈ ਨਾ, ਘੱਟ ਗਿਣਤੀ ਦਾ, ਬਹੁਤ ਗਿਣਤੀ ਦਾ। ਇਸੇ ਤਰੀਕੇ ਦਾ ਹੀ ਹੁਣ ਇਹ ਫੇਰ ਏਜੰਡਾ ਆਊਗਾ, ਕਿਉਂਕਿ ਮਾਮਲਾ ਸੱਤਾ ਹਾਸਲ ਕਰਨ ਦਾ, ਇਨਸਾਫ ਨਹੀਂ। ਸਮਾਜ ਦਾ ਕੀ ਬਣਦਾ, ਸਮਾਜ ਦਾ ਕਿੰਨਾ ਕਮਜ਼ੋਰ ਹੁੰਦਾ, ਸਮਾਜ ਦਾ ਕਿੰਨਾ ਲਹੂ ਲਹਾਨ ਹੁੰਦਾ। ਕਦੀ ਇਹ ਮੰਦਿਰ ਦਾ ਬਣੂ, ਕਦੀ ਮਸਜਿਦ ਦਾ ਬਣੂ, ਕਦੀ ਗਾਂ ਦਾ ਬਣੂ, ਕਦੀ ਗਾਂ ਦੇ ਮੀਟ ਦਾ ਬਣੂ, ਕਦੀ ਇਹ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ, ਇਹ ਵੀ ਇਸੇ ਤਰੀਕੇ ਨਾਲ ਲਮਕਦਾ ਰਹੂ, ਉਹਨੂੰ ਚੋਂਦੇ ਰਹਿਣਗੇ। ਉਹਦਾ ਕਾਰਨ ਹੈ, ਇੱਕ ਤੇ ਭਾਵਕ ਮੁੱਦਾ ਹੁੰਦਾ ਆ, ਉਹਦੇ ਚ ਲੋਕ ਵੋਟਾਂ ਪਾ ਜਾਂਦੇ ਆ ਭਾਵਕ ਹੋ ਕੇ। ਇਹ ਚੰਗੀ ਤਰ੍ਹਾਂ ਜਾਣਦੇ ਰਾਜਨੀਤਿਕ ਲੋਕ ਕਿ ਇਹਨਾਂ ਨੂੰ ਇਹਦਾ ਦੋਹਰਾ ਫਾਇਦਾ। ਇੱਕ ਤੇ ਉਹ ਵੋਟਾਂ ਲੈਣੀਆਂ ਸੌਖੀਆਂ, ਕੋਈ ਵਿਕਾਸ ਦੀ ਗੱਲ ਨਹੀਂ, ਦੇਣਾ ਲੈਣਾ ਕੁਛ ਨਹੀਂ, ਗੱਲਾਂ ਕਰਨੀਆਂ, ਬਿਆਨ ਦੇਣੇ ਆ, ਬਸ ਕਰਤਾ ਨਹੀਂ ਕਰਤਾ, ਉਹਨੂੰ ਅੰਦਰ ਕਰਤਾ, ਉਹਨੂੰ ਬਾਹਰ ਕਰਤਾ। ਭਈ ਧਰਮ ਨੂੰ ਕਾਹਦਾ ਖਤਰਾ, ਮੈਨੂੰ ਦੱਸੋ?
ਧਰਮ ਨੂੰ ਕੋਈ ਖਤਰਾ ਨਹੀਂ ਹੈ ਕਿਸੇ ਕਿਸਮ ਦਾ। ਧਰਮ ਤੇ ਇੱਕ ਆਪਣੇ ਆਪ 'ਚ ਫਲਸਫਾ ਹੈ ਜਿਹਦੇ ਸਿਰ ਤੇ ਅਸੀਂ ਜੀਨੇ ਆ। ਜੀ ਇਸ ਲਈ ਤੁਸੀਂ ਧਰਮ ਨੂੰ ਬਚਾਉਣ ਵਾਲੇ ਕਿਹੜੇ ਆ? ਧਰਮ ਤੇ ਤੁਹਾਨੂੰ ਬਚਾ ਰਿਹਾ। ਇਹ ਉਲਟਾ ਸੂਰਜ ਨੂੰ ਆਪਣੀਆਂ ਰੋਸ਼ਨੀ ਦਿਖਾਲਣ ਚੱਲੇ ਹੋਏ ਆ। ਇਸ ਲਈ ਇਹਨਾਂ ਕੋਲੋਂ ਧਰਮ ਦੇ ਨਾਂ ਤੇ ਰਾਜਨੀਤੀ ਦੀ ਉਮੀਦ ਕੀਤੀ ਜਾ ਸਕਦੀ ਹੈ। ਧਰਮ ਦੇ ਨਾਂ ਤੇ ਕੋਈ ਇਨਸਾਫ ਹੋ ਹੀ ਨਹੀਂ ਸਕਦਾ। ਇਹ ਚੱਲਦੇ ਰਹਿਣਗੇ ਮਾਮਲੇ, ਕਿਉਂਕਿ ਇੱਕ ਪਾਸੇ ਵੋਟਾਂ ਲੈਣ ਲਈ ਇਹਨਾਂ ਨੂੰ ਬੜਾ ਸੌਖਾ ਰਾਹ ਲੱਭਦਾ ਇਹਦੇ ਤੇ, ਧਰਮ ਤੇ ਜਾਤਾਂ ਦੇ ਨਾਂ ਤੇ, ਔਰ ਦੂਸਰਾ ਇਹ ਜਿਹੜੇ ਅਸਲੀ ਮੁੱਦੇ ਆ ਉਹਨਾਂ ਤੇ ਪਰਦਾ ਪਾਉਣ ਲਈ ਲੋਕ ਭੁੱਖੇ ਮਰੀ ਜਾਣਗੇ। ਜੋ ਲੋਕਾਂ ਦਾ ਆ ਦੇਖ ਲਓ, ਕਰੋਨਾ ਦੇ ਦੌਰਾਨ ਕਿਸ ਤਰ੍ਹਾਂ ਕਿ ਨਾ ਆਕਸੀਜਨ ਤੱਕ ਨਹੀਂ ਮਿਲੀ, ਦਵਾਈਆਂ ਤੱਕ ਨਹੀਂ ਮਿਲਿਆ, ਬੈੱਡ ਨਹੀਂ ਮਿਲ ਰਿਹਾ, ਉਹ ਐਂਬੂਲੈਂਸ 'ਚ ਲੋਕਾਂ ਦੀ ਡੈਥ ਹੋ ਰਹੀ ਆ। ਇਹ ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ? ਇਹ ਰਾਜਨੀਤਿਕ ਲੋਕਾਂ ਨੂੰ ਡੁੱਬ ਕੇ ਨਹੀਂ ਮਰਨਾ ਚਾਹੀਦਾ ਕਿ ਇਹ ਇਹਨਾਂ ਨੇ ਵਿਕਾਸ ਕੀਤਾ, ਇਹ ਸਾਨੂੰ ਇਹਨਾਂ ਨੇ ਜਨਤਾ ਨੂੰ ਦਿੱਤਾ। ਇਹ ਮੁੱਦਿਆਂ ਤੇ ਕਦੀ ਵੀ ਪਰਮਿੰਦਰ ਜੀ ਇਹ ਰਾਜਨੀਤੀ ਨੂੰ ਆਉਣ ਨਹੀਂ ਦੇਣਗੇ। ਔਰ ਸਾਰੀਆਂ ਰਾਜਨੀਤਿਕ ਪਾਰਟੀਆਂ, ਭਾਵੇਂ ਉਹ ਵਿਰੋਧੀ ਦਲ 'ਚ ਬੈਠੀਆਂ, ਭਾਵੇਂ ਉਹ ਰੂਲਿੰਗ ਆ, ਉਹਨਾਂ ਨੂੰ ਇਹੋ ਜਿਹੇ ਮੁੱਦੇ ਸੂਟ ਬਹੁਤ ਕਰਦੇ ਆ, ਕਿਉਂਕਿ ਇਹਦੇ 'ਚ ਜਵਾਬਦੇਹੀ ਕੋਈ ਨਹੀਂ, ਰੌਲਾ ਪਈ ਜਾਂਦਾ ਤੇ ਰਾਜਨੀਤਿਕ ਲਾਹਾ ਸਭ ਤੋਂ ਵੱਧ। ਮੈਂ ਲਾਸਟ ਗੱਲ ਕਵਾਂ, ਉਹ ਕਹਿਣੀ ਹੈ ਕਿ ਤੁਸੀਂ ਜਿਹੜੀ ਕਮੀ ਪੇਸ਼ੀ ਬਾਕੀ ਰਹਿੰਦੀ ਸੀ 84 ਤੋਂ ਬਾਅਦ, ਜਾਂ ਇਹ 6 ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਤੋਂ ਬਾਅਦ ਰਹਿੰਦੀ ਕਸਰ ਜਿਹੜੀ ਆ ਬੀਜੇਪੀ ਨੇ ਪੂਰੀ ਕਰਤੀ ਆ। ਉਹਨਾਂ ਨੇ ਧੜੱਲ ਦੇਣੀ, ਅਨਾਉਂਸ ਕਰਤਾ ਕਿ ਅਸੀਂ ਜੀ ਜਿਹੜਾ ਚੀਫ ਮਿਨਿਸਟਰ ਆ ਉਹ ਦਲਿਤ ਬਣਾਵਾਂਗੇ। ਲਓ ਜੀ, ਸਾਰਿਆਂ ਨੂੰ ਭਾਜੜਾਂ ਪੈ ਗਈਆਂ, ਜਿਵੇਂ ਦਲਿਤਾਂ ਦਾ ਇੱਥੇ ਰਾਜ ਹੋ ਜਾਣਾ ਹੋਵੇ। ਮੈਂ ਚਾਹੁੰਦਾ ਆ, ਮੈਂ ਸਭ ਤੋਂ ਵੱਧ ਇਸ ਗੱਲ ਦਾ ਚਾਹੁੰਦਾ ਆ ਕਿ ਸਾਡੇ ਦੇਸ਼ ਦੇ ਅੰਦਰ ਦਲਿਤ ਸਮੁਦਾਇ ਦਾ ਤੇ ਔਰਤਾਂ ਦਾ, ਉਹਦੇ 'ਚ ਅੱਧੀਆਂ ਔਰਤਾਂ ਹੋਣ, ਅੱਧੇ ਦਲਿਤ ਹੋਣ ਤੇ ਬਾਕੀ ਸਾਰੇ ਘਰੀ ਬੈਠਣ। ਇਹਨਾਂ ਦਾ ਰਾਜ ਚਾਹੀਦਾ, ਕਿਉਂਕਿ ਇਹਨਾਂ ਨੂੰ ਹੀ ਸਮਾਜ ਨੇ ਦਬਾਇਆ, ਨਪੀੜਿਆ, ਅੱਜ ਤੱਕ ਬਹੁਤ ਬੁਰਾ ਹਾਲ ਕੀਤਾ। ਔਰਤ ਨੂੰ ਤੇ ਸਾਡੇ ਧਰਮ ਗ੍ਰੰਥਾਂ 'ਚ ਵੀ, ਜਿਸ ਤਰ੍ਹਾਂ ਤੁਹਾਨੂੰ ਪਤਾ, ਜਾਂ ਸਾਡੇ ਫੋਕ ਵਿਜ਼ਡਮ ਜਿਹੜੀ ਸੋ ਕਾਲਡ ਸੀਗੀ, ਉਹਦੇ 'ਚ ਵੀ ਮਤਲਬ ਸਮਝਿਆ ਕਿ ਨਹੀਂ ਇਹ ਤੇ ਐਵੇਂ ਹੀ ਹੁੰਦੀ ਹੈ। ਮੈਂ ਸਾਰੇ ਸ਼ਬਦ ਨਹੀਂ ਵਰਤੂੰਗਾ, ਠੀਕ ਹੈ ਜੀ। ਤਾਂ ਹਾਂ, ਇਸ ਲਈ ਇਹ ਜਿਹੜੇ ਨਪੀੜੇ ਜਿਨ੍ਹਾਂ ਨੂੰ ਦਬਾ ਕੇ ਰੱਖਿਆ, ਜਿਨ੍ਹਾਂ ਨੂੰ ਅਸੀਂ ਪੂਰਾ ਇਨਸਾਨੀਅਤ ਦਾ ਰੁਤਬਾ ਨਹੀਂ ਦਿੱਤਾ ਅਜੇ ਤੱਕ, ਫੁੱਲ ਜੋ ਉਹਨਾਂ ਦੀ ਕਪੈਸਿਟੀ ਆ, ਜੋ ਉਹਨਾਂ ਦਾ ਬਣਦਾ ਹੱਕ ਉਹਨਾਂ ਦਾ ਰਾਜ ਚਾਹੀਦਾ। ਮੈਨੂੰ ਬਹੁਤ ਖੁਸ਼ੀ ਹੋਊਗੀ, ਪਰ ਇਹਨਾਂ ਨੇ ਨਹੀਂ ਦੇਣਾ। ਇਹ ਤੇ ਰਾਜਨੀਤੀ ਕਰ ਰਹੇ ਆ, ਉਹਨਾਂ ਦੇ ਨਾਂ ਨੂੰ ਵਰਤਣਗੇ। ਇਸ ਵੇਲੇ 32 MLA ਹੈਗੇ ਆ ਦਲਿਤ MLA ਪੰਜਾਬ ਦੀ ਅਸੈਂਬਲੀ 'ਚ। ਕਿੰਨਾ ਕੁ ਭਲਾ ਕਰਤਾ ਦਲਿਤਾਂ ਦਾ ਇਹਨਾਂ ਨੇ 32 ਨੇ ਮਿਲ ਕੇ। ਔਰ ਤੁਸੀਂ ਸਾਧੂ ਸਿੰਘ ਦੀਆਂ ਗੱਲਾਂ ਤੇ ਸੁਣੇ ਲਈਆਂ ਕਿ ਕਿੰਨੀਆਂ ਕੁ ਸਾਧੂਆਂ ਵਾਲੀਆਂ। ਇੱਕ ਯੋਗੀ ਉੱਥੇ ਬੈਠਾ ਯੂਪੀ 'ਚ, ਉਹਦੀਆਂ ਯੋਗੀਆਂ ਵਾਲੀਆਂ ਗੱਲਾਂ ਸੁਣ ਲਓ, ਤੇ ਇੱਥੇ ਸਾਧੂ ਸਿੰਘ ਮਿਨਿਸਟਰ ਦੀਆਂ ਸਾਡੀਆਂ ਗੱਲਾਂ ਸੁਣ ਲਓ। ਪੰਜਾਬ 'ਚ 64 ਕਰੋੜ ਦੇ ਘਟਾਲੇ ਦਾ ਵਜ਼ੀਫਾ ਗਰੀਬਾਂ ਦੇ ਦਾ ਲੱਗ ਰਿਹਾ। ਇਸ ਲਈ ਜੇ ਤੁਸੀਂ ਦਲਿਤਾਂ ਦੇ ਨਾਂ ਤੇ ਇਹੋ ਜਿਹੀ ਰਾਜਨੀਤੀ ਕਰੋਗੇ, ਉਹਦੇ 'ਚ ਆਪਣੇ ਘਰ ਭਰਨ ਲਈ ਜਿਹੜਾ ਚੁਣਿਆ ਜਾਊਗਾ ਉਹ ਆਪਣੇ ਕੁਣਬੇ ਨੂੰ ਪਾਲਣ ਲਈ ਚੱਲ ਪਊਗਾ, ਤਾਂ ਫਿਰ ਉਸ ਰਿਜ਼ਰਵੇਸ਼ਨ ਦਾ ਵੀ ਕੀ ਫਾਇਦਾ, ਉਸ ਸਾਰੀ ਰਾਜਨੀਤੀ ਦਾ ਕੀ ਫਾਇਦਾ। ਮੈਂ ਤੁਹਾਨੂੰ ਇਸ ਕਰਕੇ ਥੋੜਾ ਜਿਹਾ ਇਸ ਮੁੱਦੇ ਨੂੰ ਲੈ ਕੇ ਆਇਆ ਕਿ ਫਟ ਦੇਣੀ ਅਕਾਲੀ ਦਲ ਨੇ ਕਿਹਾ ਅਸੀਂ ਡਿਪਟੀ ਚੀਫ ਮਿਨਿਸਟਰ, ਇਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਕਿਹਾ ਅਸੀਂ ਵੀ ਡਿਪਟੀ ਚੀਫ ਮਿਨਿਸਟਰ ਬਣਾਵਾਂਗੇ, ਤੇ ਕਾਂਗਰਸ ਨੂੰ ਕਿਹਾ ਲੈ ਤੁਸੀਂ ਤਾਂ ਕੱਲ ਨੂੰ ਬਣਾਓਗੇ, ਅਸੀਂ ਅੱਜੇ ਬਣਾਵਾਂਗੇ। ਆ ਲਓ, ਅਸੀਂ ਉੱਥੇ 3 ਮੈਂਬਰੀ ਕਮੇਟੀ ਦੇ ਸਾਹਮਣੇ ਚੱਲੇ ਆ, ਤੇ ਵੇਰਕਾ ਸਾਹਿਬ ਨੇ ਕਿਹਾ ਕਿ ਅਸੀਂ ਤੇ ਡਿਪਟੀ ਚੀਫ ਮਿਨਿਸਟਰ ਸ਼ਾਇਦ ਸਾਨੂੰ ਝੋਲੀ ਪੈ ਜੇ। ਨਾ ਦੇਣਾ, ਨਾ ਲੈਣਾ, ਨਾ ਹਿੰਗ ਲੱਗੇ, ਨਾ ਫਟਕੜੀ, ਨਾ ਵਿਕਾਸ, ਨਾ ਦਲਿਤ ਲਈ ਕੁਝ ਕਰਨਾ। ਡਿਪਟੀ ਚੀਫ ਮਿਨਿਸਟਰ ਦੀ ਗਧੇ ਅੱਗੇ ਗਾਜਰ ਲਟਕਾ ਕੇ ਤੇ ਚੋਣਾਂ ਦੇ ਵਿੱਚ ਆਪਣੀ ਹਵਾ ਬਣਾਉਣੀ, ਇਹ ਕੰਮ ਆ। ਨਾ ਵਰਤੋ, ਨਾ ਗਰੀਬਾਂ ਨੂੰ ਹੋਰ ਉਹਨਾਂ ਦੀ ਗੁਰਬਤ ਦਾ ਮਜ਼ਾਕ ਉਡਾਓ। ਔਰ ਦਲਿਤ ਜਿਹੜੇ ਆ ਉਹ ਵੀ ਮੇਰੇ ਵੀਰ ਸਮਝ ਲੈਣ ਕਿ ਉਹਨਾਂ ਦੇ ਨਾਂ ਤੇ ਉਹਨਾਂ ਨੂੰ ਵਰਤਿਆ ਜਾ ਰਿਹਾ, ਉਹਨਾਂ ਤੇ ਪੋਲਿਟਿਕਸ ਹੋਊਗੀ। ਜੇ ਸੱਚੀ ਮੁੱਚੀ ਬੀਜੇਪੀ ਤੇ RSS ਚਾਹੁੰਦੀ ਆ ਕਿ ਉਹ ਦਲਿਤਾਂ ਦੇ ਹਿੱਤ ਵਿੱਚ ਹੈਗੀ ਆ, RSS ਦੇ ਹੈਡ ਨੂੰ ਮੋਹਨ ਭਗਵਤ ਦੀ ਜਗ੍ਹਾ ਦਲਿਤ ਨੂੰ ਲਾ ਦੇਣ, ਔਰਤ ਨੂੰ ਲਾ ਦੇਣ, ਕਿਸੇ ਨੂੰ ਲਾ ਦੇਣ। ਮੈਂ ਕਹਿੰਦਾ ਔਰਤ ਨੂੰ ਹੀ ਲਾ ਦੇਣ ਜੇ ਨਹੀਂ ਦਲਿਤ ਦਾ ਉਹਨਾਂ ਕੋਲ ਲੱਗਦਾ ਤੇ। ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਦਲਿਤ ਨੂੰ ਦੇ ਦੇਣ, ਹੋਮ ਮਿਨਿਸਟਰ ਵੀ ਇੱਕ ਵਾਰੀ ਦਲਿਤ ਨੂੰ ਦੇ ਦੇਣ, ਫਿਰ ਦੇਖਦੇ ਆ ਕਿ ਕੀ ਬਣਦਾ। ਦੇਣ ਨਾ, ਜੇ ਤੁਸੀਂ ਇੰਪਾਵਰ ਕਰਨਾ ਤੇ ਜਿਹੜੀਆਂ ਅਸਲੀ ਪੋਜੀਸ਼ਨਾਂ ਆ ਉਹ ਦੇ ਦਿਓ, ਉਹ ਆਪੇ ਦੇਖ ਲੈਣਗੇ ਬਾਕੀ। ਇਸ ਲਈ ਜੇ ਤੁਸੀਂ ਇਹ ਨਹੀਂ ਕਰਨਾ ਤੇ ਉਹਨਾਂ ਦਾ ਨਾਂ ਵਰਤਣਾ ਬੰਦ ਕਰੋ। ਹਾਂਜੀ ਜੀ, ਜਿੱਦਾਂ ਆਹ ਜਿਹੜੇ ਮੁੱਦੇ ਵਿਚਾਰੇ ਨੇ ਆਪਾਂ, ਜਿੱਦਾਂ ਚਾਹੇ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸਿਆਸਤ ਖੇਡੀ ਜਾਂਦੀ ਹੈ, ਚਾਹੇ ਦਲਿਤ ਪੱਤਾ ਖੇਡਿਆ ਜਾਂਦਾ। ਸੋ ਇਹਨਾਂ ਦਾ ਸਾਰਿਆਂ ਦਾ ਮਕਸਦ ਤਾਂ ਇੱਕੋ ਹੁੰਦਾ ਕਿ ਸੱਤਾ ਹਾਸਲ ਕਰੀਏ, ਕਿ ਜਿਹੜੇ ਵੀ ਹੱਥ ਖੱਡੇ ਅਸੀਂ ਅਪਣਾਉਂਦੇ ਆ ਉਹ ਸਾਰੇ ਸਾਨੂੰ ਸੱਤਾ ਹਾਸਲ ਕਰਨ ਦੇ ਵਿੱਚ ਸਫਲ ਬਣਾਉਣ, ਸਾਡੀ ਸਹਾਇਤਾ ਕਰਨ। ਸੋ ਮੈਂ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ
ਧੰਨਵਾਦ ਕਰਦਾ ਪ੍ਰੋਫੈਸਰ ਸਾਹਿਬ। ਸ਼ੁਕਰੀਆ ਜੀ ਪਰਮਿੰਦਰ ਤੁਹਾਡਾ ਜੀ ਬਹੁਤ-ਬਹੁਤ। ਪਰਮਿੰਦਰ ਜੀ ਮੇਰੇ ਵੱਲੋਂ ਵੀ ਤੁਹਾਡੀ ਪੂਰੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਤੁਸੀਂ ਆਪਣੇ ਵਿਚਾਰ ਜਿਹੜੇ ਹੈਗੇ ਕਮੈਂਟ ਕਰਕੇ ਦੱਸਣਾ ਨਾ ਭੁੱਲਿਓ। ਚੈਨਲ ਲੋਕ ਰਾਣ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।